ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ऊंचे अपार बेअंत स्वामी, कौन जाने तेरे तेरे गावते उतरे सुनते उतरे बिन से पाप कनेरे कौन जाने जाने गुण तेरे तेरे। जिन मेंढा लाल रजाया हाँ तिस आगे मन टेहिया, नानक कहे सुन बिनो नानक कहे सुन बिनो सुहागण मुँह दस दिखा फिर के ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਧੰਨ ਗੁਰੂ ਨਾਨਕ 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 ਧੰਨ ਗੁਰੂ ਨਾਨਕ
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਗੁਰੂ ਚਰਨਾਂ ਵਿੱਚ ਸਜੀ ਹੋਈ ਸਾਧ ਸੰਗਤ, ਬੜ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇੜਤ ਦੁਰਮਤ ਖੋਈ, ਤਿਨ ਕੀ ਤੂੰ ਨਾਨਕ ਦਾਸ ਬਾਂਛੇ, ਜਿਨ ਹਰ ਨਾਮ ਹਿਰਦੇ ਪਰੋਈ। ਬੜੀ ਕਿਰਪਾ ਕੀਤੀ ਹੈ। ਸ਼ਾਮਾਂ ਤੋਂ ਲੈ ਕੇ ਗੁਰਮੁਖਾਂ ਨੇ, ਸੰਤਾਂ ਮਹਾਂਪੁਰਸ਼ਾਂ ਨੇ ਹਾਜ਼ਰੀਆਂ ਭਰੀਆਂ। ਸਾਰੀ ਸੰਗਤ ਨੇ ਕਥਾ ਕੀਰਤਨ ਸਰਵਣ ਕੀਤਾ। ਅੱਗੇ ਹੋ ਜੋ ਭਾਈ, ਸਾਰੇ ਅੱਗੇ ਹੋ ਕੇ ਬੈਠੋ। ਸੰਗਤ ਕਰਮਾਂ ਨਾਲ ਮਿਲਦੀ ਹੈ, ਭਾਗਾਂ ਨਾਲ ਮਿਲਦੀ ਹੈ। ਜੇ ਵੱਡ ਭਾਗ ਹੋਣ ਵੱਡ ਮੇਰੇ, ਜੇ ਮੇਰੇ ਭਾਗ ਵੱਡੇ ਭਾਗ ਹੋਣ ਨਾ, ਕਦੀ ਵੀ ਮੈਂ ਢਿੱਲ ਨਾ ਕਰਾਂ। ਜੇ ਕੋਈ ਸਾਧੂ ਸੰਤ ਮਹਾਂਪੁਰਸ਼ ਮਿਲੇ ਤਾਂ ਜਨ ਮਿਲਦਿਆਂ ਢਿੱਲ ਨਾ ਲਾਈਏ। ਹਰ ਜਨ ਅੰਮ੍ਰਿਤ ਕੁੰਟ ਸਰਨੀਕੇ, ਬੜ ਭਾਗੀ ਤਿਤ ਨਵਾਈਏ। ਜਨ ਮਿਲਦਿਆਂ ਢਿੱਲ ਨਾ ਲਾਈਏ। ਕਦੀ ਵੀ ਢਿੱਲ ਨਾ ਕਰੀਏ। ਮਹਾਂਪੁਰਸ਼ ਮਿਲਣ ਤਾਂ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ 5ਵੀਂ ਜਮਾਤ 'ਚ ਮੈਂ ਪੜ੍ਹਦਾ ਸੀ। ਤੇ ਆਪਣੀਆਂ ਕਿਤਾਬਾਂ ਖੋਲ੍ਹ ਕੇ ਬੈਠਾ ਹੋਇਆ ਸੀ। ਮਾਂ ਸਾਡੀ ਉਹ ਝਾੜੂ ਲਾ ਰਹੀ ਸੀ ਵਿਹੜੇ 'ਚ, ਤੇ ਮੈਂ ਬੈਠੇ ਨੇ ਆਖਿਆ ਮਾਂ ਨੂੰ, ਪਿਛਲੇ ਸਮੇਂ ਸੀ ਉਦੋਂ ਮਾਂ ਬਾਪ ਬਾਹਦਾ ਕੋਈ ਨਹੀਂ ਵੇਖਦੇ ਸੀ। ਅੱਜ ਕੱਲ੍ਹ ਦੀਆਂ ਮਾਵਾਂ ਤਾਂ ਬਹੁਤ ਤੇਜ਼ ਨੇ। ਤੇ ਅਸੀਂ ਜਿੰਨੇ ਵੀ ਬੱਚੇ ਸਨ, ਅਸੀਂ ਆਪਦੀ ਮਾਂ ਨੂੰ ਭਾਬੀ ਕਹਿੰਦੇ ਸੀ। ਉਹ ਭੋਲੇ ਪਰਿਵਾਰ ਹੁੰਦੇ ਸੀ। ਅੱਜ ਕੱਲ੍ਹ ਦੀ ਤਾਂ ਮਾਂ ਸਿਖਾ ਦਿੰਦੀ ਨਾ, ਮੰਮਾ ਜੀ ਬੋਲ, ਬੱਚੇ ਨੂੰ ਸਿਖਾਉਂਦੀ ਪੂਰਾ। ਉਹ ਵਿਚਾਰੀ ਇਹੋ ਜਿਹੀ ਸੀ, ਉਹਨੇ 8ਵਾਂ ਬੱਚਾ ਮੇਰਾ ਜਨਮ ਹੋਇਆ ਸੀ, ਉਹਨੇ ਸਾਨੂੰ ਸਿਖਾਇਆ ਹੀ ਨਹੀਂ ਸੀ। ਅਸੀਂ ਭਾਬੀ ਕਹਿੰਦੇ ਸੀ ਸਾਰੇ। ਚਾਚੇ ਸਾਡੇ ਵੀ ਭਾਬੀ ਕਹਿੰਦੇ ਸੀ, ਭੂਆ ਵੀ ਉੱਥੇ ਰਹਿੰਦੇ ਸਨ। ਉਵੇਂ ਬੱਚਿਆਂ ਨੂੰ ਸੁਭਾਅ ਪੈ ਗਿਆ। ਤੇ ਮਾਝੇ ਦੇ ਵੱਡੇ ਭਰਾ ਨੂੰ ਭਾਊ ਕਹਿੰਦੇ ਆ। ਪਿਤਾ ਜੀ ਸਾਡਿਆਂ ਨੂੰ ਭਾਊ ਕਹਿੰਦੇ ਸੀ। ਭਾਊ, ਅਸੀਂ ਵੀ ਭਾਊ ਕਹਿੰਦੇ ਸਾਂ। ਭਾਊ ਦੇ ਭਾਬੀ। ਹੁਣ ਤਾਂ ਬੜਾ ਕੁਝ ਨਾ, ਅੰਦਰਲੇ ਪਿਆਰ 'ਚ ਸਭ ਕੁਝ ਹੁੰਦਾ ਹੈ, ਬਾਹਰਲੇ ਨਾਂ 'ਚ ਨਹੀਂ ਕੋਈ ਹੁੰਦਾ।
ਗੁਰੂ ਸਾਹਿਬ ਮਹਾਂਪੁਰਸ਼ਾਂ ਦੀ, ਸੰਤਾਂ ਮਹਾਂਪੁਰਖਾਂ ਦੀ ਯਾਦ ਆਵੇ ਚੰਗੀ ਹੁੰਦੀ ਕਿਸੇ ਬਾਣੇ ਨਹੀਂ। ਜਿਹੜੀਆਂ ਰੱਬ ਵਰਗੀਆਂ, ਪਰਮਾਤਮਾ ਵਰਗੀਆਂ ਮਾਵਾਂ ਜਾਂ ਬਾਪ, ਜੇ ਉਹਨਾਂ ਦੀ ਵੀ ਯਾਦ ਆਵੇ ਉਹ ਵੀ ਚੰਗੀ ਹੁੰਦੀ। ਇੱਕ ਪਰਮੇਸ਼ਰ ਰੂਪੀ ਮਿਲਦੇ ਨੇ ਮਾਂ ਬਾਪ, ਸਾਰੇ ਨਹੀਂ ਹੁੰਦੇ ਜਿਨ੍ਹਾਂ ਨੂੰ ਗੁਰੂ ਸਾਹਿਬ ਕਿਰਪਾ ਕਰਨ। ਜਿਸ ਮਾਂ ਤੋਂ ਜਨਮ ਲੈ ਕੇ ਸਾਨੂੰ ਧੰਨ ਬਾਬਾ ਕੁੰਦਨ ਸਿੰਘ ਜੀ ਵਰਗੇ ਮਹਾਂਪੁਰਖ ਮਿਲੇ ਆ, ਜਿਸ ਮਾਂ ਬਾਪ ਤੋਂ, ਉਸ ਮਾਂ ਬਾਪ ਦਾ ਜਿੰਨਾ ਵੀ ਸ਼ੁਕਰਾਨਾ ਕਰ ਲਈਏ ਥੋੜ੍ਹਾ ਜਿਹਾ ਲੇਖਾ ਨਹੀਂ ਦਿੱਤਾ ਜਾ ਸਕਦਾ। ਜਿਨ੍ਹਾਂ ਨੇ ਏਡੇ ਵੱਡੇ ਮਹਾਂਪੁਰਖ ਮਿਲਾਏ। ਮੈਂ ਆਖਿਆ ਭਾਬੀ ਮੈਂ ਨਾਨਕਸਰ ਰਹਿਣਾ, ਤਾਂ ਸਾਡੇ ਮਾਤਾ ਜੀ ਕਹਿਣ ਲੱਗੇ ਤੂੰ ਅਜੇ ਕੋਈ ਜਮਾਤਾ ਪੜ੍ਹਦਾ, ਛੋਟਾ ਹੈ ਤੂੰ, ਅਜੇ 5ਵੀਂ 'ਚ ਪੜ੍ਹਦਾ ਹੈ, ਤੈਨੂੰ ਸਿਰ ਵੀ ਧੋਣਾ ਨਹੀਂ ਆਉਂਦਾ, ਉੱਥੇ ਕੱਪੜੇ ਵੀ ਆਪ ਧੋਣੇ ਪੈਂਦੇ ਆ, ਨਹਾਉਣਾ ਵੀ ਆਪ ਹੁੰਦਾ ਹੈ, ਅਜੇ ਤੂੰ ਛੋਟਾ। ਮੈਂ ਕਿਹਾ ਨਹੀਂ ਕੋਈ ਨਹੀਂ, ਮੈਂ ਧੋ ਲਾਂਗਾ ਕੱਪੜੇ, ਸਿਰ ਵੀ ਨਾਲਾ ਕਰਾਂਗਾ। ਕਹਿੰਦੇ ਮੇਰੇ ਸਾਡੇ ਪਿਤਾ ਜੀ ਕਹਿੰਦੇ ਤਾਂ ਅਸੀਂ ਭਾਊ ਸੀ, ਪਰ ਮਾਤਾ ਪਿਤਾ ਜੀ ਸਤਿਕਾਰ ਦਾ ਹੈਗਾ। ਉਦੋਂ ਛੋਟੇ ਸੀ, ਭੋਲੇ ਭਾਚ ਕਹਿੰਦੇ ਸੀ, ਠੀਕ ਸੀ। ਇਸ ਕਰਕੇ ਮਾਤਾ ਪਿਤਾ ਜੀ ਹੀ ਸਤਿਕਾਰਯੋਗ ਨਾਮ। ਮੈਂ ਆਪਣੀ ਮਾਂ ਦੇ ਕੋਲ ਹੀ ਸੁੱਤਾ ਪਿਆ ਸੀ ਤੇ ਲਿਵ ਇੱਧਰ ਨਹੀਂ ਲੱਗੀ ਸੀ ਨਾਨਕਸਰ ਦੀ, ਤੇ ਮੈਂ ਕਿਹਾ ਵੀ ਮੈਂ ਨਾਨਕਸਰ ਚਲੇ ਜਾਣਾ। ਆਪਣੇ ਪਿਤਾ ਜੀ ਨੂੰ ਕਿਹਾ ਭਾਊ ਮੈਂ ਤਾਂ ਨਾਨਕਸਰ ਰਹਿਣਾ। ਕਹਿੰਦੇ ਤੂੰ ਸੌਂਦਾ ਤਾਂ ਮਾਂ ਨਾਲ ਹੀ, ਉੱਥੇ ਕਿਵੇਂ ਰਹੇਗਾ, ਮਾਂ ਤੋਂ ਬਗੈਰ ਤਾਂ ਤੂੰ ਕਦੀ ਇੱਕ ਰਾਤ ਨਹੀਂ ਸੁੱਤਾ। ਮੈਂ ਕਿਹਾ ਨਹੀਂ ਮੈਂ ਸੌਣਾ ਹੈਗਾ। ਚਲੋ ਬਾਬਾ ਜੀ ਨੇ ਕਿਰਪਾ ਕੀਤੀ, ਜਨਮ ਮਿਲਦਿਆਂ ਢਿੱਲ ਨਾ ਲਾਈਏ। ਭਾਵੇਂ ਸਾਡੇ ਮਾਤਾ ਜੀ ਕਹਿ ਰਹੇ ਸੀ ਤੂੰ 7 ਜਮਾਤਾਂ ਕਰ ਲਾ ਘੱਟ ਤੋਂ ਘੱਟ, ਨਾਲੇ ਤੈਨੂੰ ਅੰਗਰੇਜ਼ੀ ਪੜ੍ਹਨੀ ਆ ਜਾਏਗੀ। ਮੈਂ ਕਿਹਾ ਨਹੀਂ ਮੈਂ ਤਾਂ ਹੁਣੇ ਹੀ ਜਾਣਾ। ਅਖੀਰ ਤੇ ਉਹਨਾਂ ਨੇ ਮੈਨੂੰ ਮਨਾ ਲਿਆ ਵੀ ਕੋਈ ਨਹੀਂ, ਜੇ ਮੈਂ 7 ਜਮਾਤਾਂ ਪੜ੍ਹ ਕੇ ਚਲਾ ਜਾਵਾਂਗਾ, ਪਰ ਮੈਨੂੰ ਆ ਪੂਰਨਮਾਸ਼ੀ 'ਤੇ ਲੈ ਜਾਓ ਨਾਨਕਸਰ। ਦਰਸ਼ਨ ਕੀਤੇ ਨੇ ਧੰਨ ਬਾਬਾ ਕੁੰਦਨ ਸਿੰਘ ਜੀ ਦੇ। ਪਰ ਮਨ ਤਾਂ ਬਾਬਾ ਜੀ ਦੇ ਚਰਨਾਂ 'ਚ ਹੀ ਰਹਿ ਗਿਆ ਸੀ। 1 ਮਹੀਨਾ ਫਿਰ ਮਸਾਂ ਹੀ ਕੱਟਿਆ, ਪੂਰਨਮਾਸ਼ੀ ਦੂਜੀ ਤੇ। ਹੁਣ ਵਾਰੀ ਵਾਰੀ ਮਾਂ ਬਾਪ ਨੇ ਲੈ ਕੇ ਜਾਣਾ ਸੀ ਨਾਨਕਸਰ। ਦੂਜੀ ਦੇ ਦੂਜਾ ਭਰਾ ਤਿਆਰ ਹੋ ਗਿਆ। ਮੈਂ ਜਿੱਦ ਕਰ ਲਈ ਵੀ ਮੈਂ ਜਾਣਾ। ਕਹਿੰਦੇ ਤੂੰ ਪਿਛਲੀ ਪੂਰਨਮਾਸ਼ੀ ਗਿਆ ਸੀ। ਮਨ ਤਾਂ ਮੇਰਾ ਸੀ ਕਿ ਮੈਂ ਰਹਿ ਪੈਣਾ ਉੱਥੇ। ਜੇ ਵਡ ਭਾਗ ਹੋਣ ਵਡ ਮੇਰੇ ਜਨ ਮਿਲਦਿਆਂ ਢਿੱਲ ਨਾ ਲਾਈਏ, ਇਹੋ ਜਿਹੀ ਢਿੱਲ ਨਾ ਕਰੀਏ। ਜੇ ਕਿਤੇ ਮਹਾਂਪੁਰਸ਼ਾਂ ਦਾ ਸੰਗ ਮਿਲਦਾ ਹੋਵੇ,
ਢਿੱਲ ਕਰੋ ਮਾੜੇ ਕੰਮਾਂ ਦੀ, ਢਿੱਲ ਕਰੋ ਜਿਹੜਾ ਰਸਤਾ ਨਰਕਾਂ ਨੂੰ ਜਾਂਦਾ। ਕਹਿੰਦੇ ਨਹੀਂ ਬਲੰਬੰ ਧਰਮੰ ਬਲੰਬੰ ਪਾਪੰ। ਕਹਿੰਦੇ ਧਰਮ ਦੇ ਕੰਮ ਦੇ ਵਿੱਚ ਕਦੀ ਦੇਰੀ ਨਾ ਕਰ ਬੈਠਿਓ। ਕੋਈ ਪਤਾ ਨਹੀਂ ਕਿ ਇੰਨਾ ਸੁਨਹਿਰੀ ਮੌਕਾ ਤੁਹਾਡੇ ਹੱਥਾਂ 'ਚੋਂ ਨਿਕਲ ਜਾਵੇ। ਧਰਮ ਦੇ ਕੰਮ 'ਚ ਦੇਰੀ ਨਾ ਕਰਿਓ। ਬਲੰਬੰ ਪਾਪੰ, ਜੇ ਕੋਈ ਪਾਪ ਚਿੱਤ ਵਿੱਚ ਆਇਆ ਉਹਦੇ 'ਚ ਜ਼ਰੂਰ ਦੇਰ ਪਾਓ, ਸਮਾਂ ਪਾਓ, ਗੁਰੂ ਅੱਗੇ ਅਰਦਾਸ ਕਰੋ। ਪਾਪ ਤੋਂ ਛੁਟਕਾਰਾ ਹੋ ਜਾਏਗਾ। ਦੇਰੀ ਕਰਨੀ ਪਾਪ ਮਾੜੇ ਕੰਮਾਂ 'ਚ ਚੰਗੀ ਹੁੰਦੀ ਏ ਕਿ ਗੁਰੂ ਕਿਰਪਾ ਕਰੇ ਇਸ ਪਾਪ ਤੋਂ ਬਚ ਜਾਈਏ। ਪਾਪ ਤੋਂ ਬਚਣਾ ਬਹੁਤ ਜ਼ਰੂਰੀ ਹੈ। ਬੰਦਾ ਕਰ ਬੈਠਦਾ ਹੈ, ਜ਼ਿੰਦਗੀ ਪਰ ਸ਼ਾਂਤੀ ਨਹੀਂ ਆਉਂਦੀ। ਦੋ ਬੀਬੀਆਂ ਆਈਆਂ ਜੀ, ਸਾਡੇ ਤੋਂ ਕੋਈ ਪਾਪ ਹੋ ਗਏ। ਬੜੇ ਪਾਠ ਕੀਤੇ ਅਸੀਂ, ਉਹ ਪਾਪ ਸਾਡੇ ਸਿਰ 'ਤੇ ਹੀ ਬੋਲਦਾ ਹੈ। ਸਾਨੂੰ ਹੁਣ ਸੰਤਾਂ ਨੇ ਭੇਜਿਆ ਤੁਹਾਡੇ ਕੋਲ ਕਿ ਪੁੱਛੋ ਜਾਓ, ਉੱਥੇ ਜੋ ਹੁਕਮ ਕਰਨ ਕਰੋ, ਪਰ ਸਾਡਾ ਪਾਪ ਸਾਨੂੰ ਡਰਾਉਂਦਾ ਹੈ। ਬੰਦਾ ਲੋਭ ਲਾਲਚ ਪਿੱਛੇ ਕਰ ਲੈਂਦਾ ਹੈ। ਲੋਭ ਲਾਲਚ ਬਸ ਪੈ ਕੇ ਪਾਪ ਕਰਨ ਤੋਂ ਟਲਦਾ ਨਹੀਂ। ਸ਼ਾਂਤੀ ਨਹੀਂ ਕਹਿੰਦੇ ਸਾਨੂੰ ਦੋਣਾ ਪੈਣਾ ਹਨ। ਨਰ ਚੇਤ ਪਾਪ ਤੇ ਡਰ ਰਹੇ। ਸੁਪਨੇ 'ਚ ਵੀ ਪਾਪ ਨਾ ਕਰ, ਉਹਦੇ ਤੋਂ ਵੀ ਡਰ। ਬੁਰਾ ਕਰਨਾ ਕਿਸੇ ਦਾ, ਜਾਇਦਾਦਾਂ ਪ੍ਰਾਪਰਟੀਆਂ ਪਿੱਛੇ ਕਿਸੇ ਨੂੰ ਕੋਈ ਜ਼ਹਿਰ ਦੇ ਕੇ ਮਾਰ ਦੇਣਾ, ਕੋਈ ਐਸਾ ਵੈਸਾ ਕਰਨਾ, ਇਹ ਵੱਡਾ ਪਾਪ ਹੈ। ਬੱਜਰ ਪਾਪ ਨਾ ਉਤਰੀ ਬਹਿ ਕੀਚੇ ਗੰਗੇ। ਬਾਬਾ ਮਹਾਰਾਮ ਸਿੰਘ ਜੀ ਆਪਣੇ ਸਥਾਨ 'ਤੇ ਅਸੀਂ ਪੁੱਛੋ, ਬਾਬਾ ਜੀ ਵੀ ਕਦੀ ਅੰਦਰ ਆਉਣ ਕਦੀ ਬਾਹਰ ਜਾਣ। ਟਿੱਲੇ ਤੋਂ ਬਾਬਾ ਜੀ ਨੇ ਵੇਖਿਆ ਵੀ ਸੰਗਤ ਵੀ ਐਵੇਂ ਅੱਜ, ਕਦੀ ਕੋਈ ਉੱਠਦਾ ਕਦੀ ਬਹਿੰਦਾ ਹੈ। ਇੱਕ ਵੀ ਬੰਦੇ ਸੰਗਤ ਦੇ ਆਰਾਮ ਨੇ ਨਹੀਂ ਕੀਤਾ। ਅਸੀਂ ਵੀ ਬੇਰਾਮ ਹਾਂ। ਬੜਾਇਆ ਬਾਬਾ ਜੀ ਨੇ ਇੱਕ ਦੋ ਸੇਵਾਦਾਰਾਂ ਨੂੰ ਵੀ ਅੱਜ ਸਾਰੀ ਡੇਰੇ ਦੇ ਸਾਰੇ ਸੇਵਾਦਾਰ ਹੀ ਬੇਚੈਨ ਨੇ। ਕੋਈ ਕਾਰਨ ਨਹੀਂ। ਵੇਖੋ ਕੋਈ ਬਿਨਾਂ ਆਗਿਆ ਦੇ ਕੋਈ ਆਦਮੀ ਡੇਰੇ 'ਚ ਤਾਂ ਨਹੀਂ ਆਇਆ ਜਿਹਨੇ ਸਾਡੇ ਤੋਂ ਆਗਿਆ ਨਾ ਲਈ ਹੋਵੇ। ਸਾਰੇ ਇਕੱਲੇ ਇਕੱਲੇ ਦਾ ਪਤਾ ਕੀਤਾ। ਕਹਿੰਦੇ ਜੀ ਇੱਕ ਆਦਮੀ ਨਥਾਣੇ ਤੋਂ ਆਇਆ, ਵਿੱਚ ਸੰਗਤ ਦੇ ਆਣ ਕੇ ਪੈ ਗਿਆ, ਇੱਥੇ ਸੌਂ ਗਿਆ ਹੈ। ਉਹਨੇ ਆਪ ਜੀ ਤੋਂ ਆਗਿਆ ਨਹੀਂ ਲਈ। ਬਾਬਾ ਜੀ ਕਹਿੰਦੇ ਉਹਦੇ ਕਰਕੇ ਸਾਰੀ ਸੰਗਤ ਪਰੇਸ਼ਾਨ ਹੈ। ਉਹ ਬੜਾ ਪਾਪੀ ਹੈ, ਆਪਣੀ ਘਰ ਵਾਲੀ ਨੂੰ ਮਾਰ ਕੇ ਖੂਹ 'ਚ ਸਿੱਟ ਕੇ ਆਇਆ। ਐਸਾ ਹੀ ਕੋਈ ਗੁਨਾਹ ਪਾਪ ਬੰਦੇ ਲੋਭ ਵਸ ਹੋ ਕੇ ਕਰ ਲੈਂਦੇ ਆ। ਫਿਰ ਪੂਰੀ ਜ਼ਿੰਦਗੀ ਉਹਨਾਂ ਨੂੰ ਉਹ ਪਾਪ ਟਿਕਣ ਨਹੀਂ ਦਿੰਦਾ, ਨਾ ਹੀ ਸ਼ਾਂਤੀ ਆਉਣ ਦਿੰਦਾ। ਉਹ ਪਾਪ ਨਹੀਂ ਖਹਿੜਾ ਛੱਡਦੇ।
ਨਰ ਚੇਤ ਪਾਪ ਤੇ ਡਰ ਰਹੇ। डर रे डर रे डर रे पापा तू डर। डर रे डर रे डर रे पापा तू डर। डर रे पापा तो डर रे, डर रे डर रे पापा तो डर रे। डर रे डर रे डर रे पापा तू डर रे। डर रे डर रे डर रे पापा तू डर रे। डर रे पापा तो डर रे, पापा तो डर रे। ਪਾਪਾਂ ਤੋਂ ਜਨਮ ਮਿਲਦਿਆਂ ਢਿਲਣਾ ਲੱਗੀ। ਹਰ ਜਨ ਅੰਮ੍ਰਿਤ ਕੁੰਟ ਸਰਨੀ ਕੇ ਹਰੀ ਦੇ ਜਨ ਅੰਮ੍ਰਿਤ ਦੇ ਸਰੋਵਰ ਨੇ। ਵੱਡੇ ਭਾਗਾਂ ਵਾਲੇ ਇਸ਼ਨਾਨ ਕਰਦੇ ਆ, ਵੱਡੇ ਭਾਗਾਂ ਵਾਲੇ ਨਹਾਉਂਦੇ ਆ। ਗੁਰੂ ਦੇ ਚਰਨਾਂ ਦੇ ਵਿੱਚ ਸਭ ਕੁਝ ਹੀ ਮਿਲ ਜਾਂਦਾ ਹੁੰਦਾ ਹੈ। ਜਿਨ੍ਹਾਂ ਨੇ ਸੇਵਾ ਲੈਣੀ ਹੈ ਉਹ ਸਭ ਕੁਝ ਹੀ, ਜਿਵੇਂ ਮੇਰੇ ਪਿਤਾ ਜੀ ਕਹਿੰਦੇ ਸੀ, ਤੂੰ ਮਾਂ ਤੋਂ ਬਗੈਰ ਨਹੀਂ ਰਹਿ ਸਕਦਾ, ਪਰ ਇਹੋ ਜਿਹੇ ਮਾਤਾ ਪਿਤਾ ਮਿਲੇ ਭੁੱਲ ਹੀ ਗਿਆ। ਬਾਬਾ ਜੀ ਦੇ ਚਰਨਾਂ ਦੇ ਇੰਨੇ ਸੁੱਖ ਮਿਲੇ, ਇੰਨਾ ਆਨੰਦ। ਨਹਾਉਣਾ ਵੀ ਆ ਗਿਆ, ਕੱਪੜੇ ਧੋਣੇ ਵੀ ਆ ਗਏ। ਸੰਗਤ ਦੇ ਵਿੱਚ ਗੁਰੂ ਆਪੇ ਹੀ ਬੱਚਾ ਜੰਮਦਾ ਏ। ਮਾਂ ਬਾਪ ਤਾਂ ਚਲੋ ਸਿਖਾ ਦਿੰਦੇ ਆ ਦੁੱਧ ਪੀਣਾ, ਪਰ 84 ਲੱਖ ਜੂਨ ਨੇ। ਪਸ਼ੂ ਪੰਛੀ ਜਨਮ ਲੈਂਦੇ ਆ, ਪਸ਼ੂ ਲੈਂਦੇ ਆ ਜਨਮ। ਮੈਂ ਬਹੁਤ ਹੈਰਾਨ ਹੁੰਦਾ ਕਿ ਉਹ ਮਾਂ ਦਾ ਦੁੱਧ ਚੁੰਘਣ ਲੱਗ ਜਾਂਦੇ ਆ, ਕੋਈ ਨਹੀਂ ਸਿਖਾਉਂਦਾ। ਉਹਨਾਂ ਨੂੰ ਕੋਈ ਨਹੀਂ ਸਿਖਲਾਈ ਦਿੰਦਾ। ਬੰਦਾ ਤਾਂ ਚੁਸਤੀ ਕਰਦਾ ਸਭ ਕੁਝ, ਪਰ ਦੇਖੋ ਉਹਨਾਂ ਦਾ ਵੀ ਪਰਮਾਤਮਾ ਪਾਲਣ ਪੋਸ਼ਣ ਕਰਦਾ ਹੈ। ਕਹਿੰਦੇ ਮਹਾਂਪੁਰਸ਼ ਸੀ, ਮੰਗਣ ਜਾਂਦੇ ਸੀ ਰੋਜ਼। ਉਹਨਾਂ ਨੂੰ ਨਹੀਂ ਪਤਾ ਸੀ ਸੰਸਾਰ ਬਾਰੇ ਬਹੁਤਾ। ਉਹ ਲੜਕੀ ਨੂੰ ਵੇਖ ਕੇ ਕਹਿਣ ਲੱਗੇ, ਇਹ ਲੜਕੀ ਦੀ ਛਾਤੀ ਤੇ ਫੋੜੇ ਕਿਵੇਂ ਹੋਏ ਆ? ਉਹਨਾਂ ਕਿਹਾ ਜੀ ਫੋੜੇ ਨਹੀਂ, ਇਹ ਦੁੱਧ ਵਾਲੇ ਚਸ਼ਮੇ ਨੇ। ਇਹ ਕਾਹਦੇ ਵਾਸਤੇ ਆ? ਕਹਿੰਦੇ ਬੱਚਾ ਜਨਮ ਲਏਗਾ, ਉਹ ਦੁੱਧ ਪੀਵੇਗਾ। ਉਹ ਸੰਤ ਕਹਿੰਦੇ ਮੈਂ ਐਵੇਂ ਭੱਜਾ ਫਿਰਦਾ, ਜਨਮ ਲੈ ਲਿਆ ਬੱਚੇ ਨੇ? ਕਹਿੰਦੇ ਨਹੀਂ। ਕਹਿੰਦੇ ਜਨਮ ਨਹੀਂ ਲਿਆ, ਜੇ ਜਨਮ ਲਵੇਗਾ ਤੇ ਦੁੱਧ ਪੀਵੇਗਾ। ਉਹਨਾਂ ਨੇ ਉੱਥੇ ਹੀ ਸਭ ਕੁਝ ਛੱਡਤਾ ਕਿ ਮਨਾ ਮੂਰਖਾ ਤੂੰ ਕਿਉਂ ਭੱਜਿਆ ਫਿਰਦਾ? ਅਜੇ ਬੱਚੇ ਨੇ ਜਨਮ ਨਹੀਂ ਲਿਆ, ਜਿੰਦੇ ਦੁੱਧ ਪੀਣ ਵਾਸਤੇ ਪਰਮੇਸ਼ਰ ਨੇ ਪਹਿਲੋਂ ਹੀ ਪ੍ਰਬੰਧ ਕਰਤਾ। ਆਖੋ ਸੀ ਅਜੇ ਉਹ ਜੰਮਿਆ ਨਹੀਂ। ਜਿੰਦੇ ਦੁੱਧ ਪੀਣ ਦਾ ਪਰਮਾਤਮਾ ਨੇ ਪਹਿਲੋਂ ਹੀ ਪ੍ਰਬੰਧ ਕੀਤਾ ਹੋਇਆ ਹੈ, ਤੇ ਤੂੰ ਕਿਉਂ ਭੱਜਿਆ ਫਿਰਦਾ ਹੈ? ਜੋ ਤੈਨੂੰ ਪਰਮੇਸ਼ਰ ਨੇ ਤੇਰਾ ਹੈ ਉਹ ਤੈਨੂੰ ਪਰਮੇਸ਼ਰ ਦੇਵੇਗਾ। ਜਿੱਥੇ ਬੈਠੇਗਾ ਉੱਥੇ ਦੇਵੇਗਾ।
ਮਹਾਂਪੁਰਸ਼ ਕਮਾਈਆਂ ਕਰ ਲੈਂਦੇ ਆ, ਹਰ ਚੀਜ਼ ਉਹਨਾਂ ਕੋਲ ਚੱਲ ਕੇ ਜਾਂਦੀ, ਉਹਨਾਂ ਦੀ ਕਮਾਈ ਇੰਨੀ ਵੱਡੀ ਹੁੰਦੀ। ਬਾਬਾ ਜੀ ਮੰਗ ਕੇ ਖਾਂਦੇ ਸੀ, ਮੰਗ ਕੇ, ਤੇ ਬੰਦਗੀ ਕਰਦੇ ਸੀ। ਕਿਸੇ ਘਰ 2-3 ਵਾਰੀ ਲਗਾਤਾਰ ਚਲੇ ਗਏ। ਉਹਨਾਂ ਨੇ ਕਿਹਾ ਸਾਧ ਗਿੱਝ ਹੀ ਗਿਆ, ਰੋਜ਼ ਮੰਗਣ ਆ ਜਾਂਦਾ ਹੈ। ਮਾਈ ਨੇ ਕਿਹਾ ਬਾਬਾ ਤੂੰ ਕਿਸੇ ਹੋਰ ਘਰ ਵੀ ਚਲਾ ਜਾਇਆ ਕਰ, ਰੋਜ਼ ਸਾਡੇ ਘਰ ਹੀ ਆ ਜਾਣਾ। ਉਹਦਾ ਪਤੀ ਬੋਲਿਆ ਕੋਈ ਨਹੀਂ, ਦੇ ਦੇ ਕੋਈ 2 ਰੋਟੀਆਂ ਫਕੀਰ ਨੂੰ, ਕੀ ਗੱਲ ਹੈ। ਕਹਿੰਦੀ ਇਹ ਤਾਂ ਰੋਜ਼ ਹੀ ਗਿੱਝ ਗਿਆ। ਕਹਿੰਦੇ ਮੰਗਣ ਗਿਆ ਸੋ ਮਰ ਗਿਆ, ਐਵੇਂ ਨਹੀਂ ਆਉਂਦਾ, ਦੇ ਦੇ ਰੋਟੀਆਂ 2। ਬੰਦਾ ਮਰ ਕੇ ਹੀ ਆਉਂਦਾ ਮੰਗਣ ਵਾਸਤੇ। ਬਾਬਾ ਜੀ ਦੀ ਗੱਲ ਚੁੱਭ ਗਈ ਵੀ ਮੈਂ ਮਰ ਗਿਆ ਬਿਲਕੁਲ, ਮੇਰਾ ਗੁਰੂ ਨਾਨਕ ਹੈ। ਅੱਜ ਤੋਂ ਬਾਅਦ ਨਹੀਂ, ਬੜਾ ਤਾਨਾ ਵੱਜਿਆ ਹੈ, ਮਨ ਤੇ ਖੁੱਬਿਆ, ਅੱਜ ਤੋਂ ਬਾਅਦ ਮੰਗਣਾ ਨਹੀਂ। ਬੈਠ ਕੇ ਬਾਬਾ ਜੀ ਬੰਦਗੀ ਕਰਨ ਲੱਗ ਪਏ। ਇਹ ਬਾਬਾ ਜੀ ਦਾ ਆਪਣਾ ਬਚਨ ਹੈ ਮੁਖਾਰਬਿੰਦ ਤੋਂ, ਕਿ ਅਸੀਂ ਮਨ ਬਣਾ ਲਿਆ ਕਿ ਹੁਣ ਮੰਗਣਾ ਹੀ ਨਹੀਂ। ਭੁੱਖੇ ਬੈਠੇ ਰਹੇ, ਬੰਦਗੀ ਕਰਦੇ ਰਹੇ, ਗੁਰੂ ਨਾਨਕ ਭੇਜੇਗਾ, ਛਕ ਲਾਂਗੇ। ਦੂਜਾ ਦਿਨ ਆ ਗਿਆ, ਨਹੀਂ ਗਏ ਮੰਗਣ ਵਾਸਤੇ। ਗੁਰੂ ਨਾਨਕ ਸਾਹਿਬ ਭੇਜਣਗੇ ਤੇ ਖਾ ਲਾਂਗੇ। ਤੀਜਾ ਦਿਨ ਆ ਗਿਆ, ਨਹੀਂ ਗਏ, ਬੈਠੇ ਰਹੇ। 3 ਦਿਨ ਤੱਕ ਬਾਬਾ ਜੀ ਕਹਿੰਦੇ ਅਸੀਂ ਬੈਠੇ ਰਹੇ। 3 ਦਿਨਾਂ ਬਾਅਦ ਕੋਈ ਆਦਮੀ ਪ੍ਰਸ਼ਾਦਾ ਲੈ ਕੇ ਆਇਆ ਬਣਾ ਕੇ, ਉਹ ਸਾਡੇ ਕੋਲ ਰੱਖ ਗਿਆ, ਕਹਿ ਗਿਆ ਨਾਲੇ ਅਸੀਂ ਛਕ ਲਿਆ। ਕਹਿੰਦੇ ਫਿਰ ਰੋਜ਼ ਹੀ ਉਹਨੇ ਕਿਹਾ ਵੀ ਸੰਤ ਬੈਠੇ ਨੇ ਭੁੱਖੇ ਹੀ, 2-3 ਦਿਨ ਤੋਂ ਮੈਂ ਦੇਖ ਰਿਹਾ, ਮੰਗਣ ਵੀ ਨਹੀਂ ਗਏ ਕਿਤੇ, ਘਰੋਂ ਜਾ ਕੇ ਪਕਾ ਕੇ ਲੈ ਕੇ ਆਇਆ। ਉਸ ਦਿਨ ਤੋਂ ਬਾਅਦ ਬਾਬਾ ਜੀ ਕਹਿੰਦੇ 3 ਦਿਨ ਸਾਡੇ ਲੰਘੇ। 3 ਦਿਨਾਂ ਤੋਂ ਗੁਰੂ ਨਾਨਕ ਸਾਹਿਬ ਜੀ ਪ੍ਰਸੰਨ ਹੋ ਗਏ। ਉਹਨਾਂ ਨੇ ਜ਼ਿੰਮੇਵਾਰੀ ਹੀ ਚੱਕ ਲਈ। 3 ਦਿਨ ਭੁੱਖੇ ਰਹੇ ਤੇ 3 ਕਾਲ ਦੀਆਂ ਰੋਟੀਆਂ ਪੱਕ ਗਈਆਂ ਨਾਨਕਸਰ ਦੀਆਂ। ਆਖੋ ਸ੍ਰੀ ਵਾਹਿਗੁਰੂ। ਜਿੱਥੇ ਨਾਨਕਸਰ ਬਣੇ ਉੱਥੇ ਰੋਟੀ ਦਾ ਪ੍ਰਬੰਧ ਗੁਰੂ ਨਾਨਕ ਸਾਹਿਬ ਜੀ ਕਰਨਗੇ। ਆਖੋ ਸ੍ਰੀ ਵਾਹਿਗੁਰੂ। ਬਾਬਾ ਜੀ ਇੱਥੇ ਸਲੋਗੜੇ ਠਹਿਰੇ ਹੋਏ ਸਨ ਤੇ ਪ੍ਰਸ਼ਾਦਾ ਮਹਾਰਾਣੀ ਸੀ, ਰਾਜ ਮਾਤਾ ਕਹਿੰਦੀ ਸੀ ਉਹਨੂੰ ਬੜੀ ਲਿਵ ਸੀ। ਬਾਬਾ ਜੀ ਦੇ ਚਰਨਾਂ ਨਾਲ ਪੁੱਛੋ ਵੀ ਜਾਂਦੀ ਸੀ। ਉਹਨੇ ਬਾਬਾ ਜੀ ਨੂੰ ਮਹਿਲ ਬਣਾ ਕੇ ਦਿੱਤਾ ਸੀ। ਸੰਤ ਸੇਵੀ ਸੀ। ਰਾਜੇ ਭੁਪਿੰਦਰ ਸਿੰਘ ਦੀਆਂ ਰਾਣੀਆਂ ਬਹੁਤ ਸੀ। ਇੱਥੇ ਬਜ਼ੁਰਗ ਨੇ ਇੱਕ ਘਰ ਅਸੀਂ ਗਏ ਮਿਲਣ ਉਹਨਾਂ ਨੂੰ, ਕਹਿੰਦੇ ਵੀ ਸਾਨੂੰ ਇੱਥੇ ਮਹਾਰਾਜਾ ਸਾਹਿਬ ਆਏ ਇੱਥੇ ਚਹਿਲ, ਅਸੀਂ ਵੇਖਣ ਗਏ। ਸਾਨੂੰ ਕਿਸੇ ਨੇ ਦੱਸਿਆ ਵੀ ਰਾਣੀਆਂ ਰਾਜੇ ਦੀਆਂ 360 ਨੇ, 365 365 ਰਾਣੀਆਂ ਨੇ। ਅਸੀਂ ਦੇਖਣ ਗਏ। ਕਹਿੰਦੇ ਸਾਰੀਆਂ ਰਾਣੀਆਂ ਨਾਲ ਸੀ ਰਾਜੇ ਦੇ, ਤੇ ਕਹਿੰਦੇ ਅਸੀਂ ਗਿਣਤੀ ਕਰਨ ਲੱਗ ਪਏ।
ਤੇ ਵਾਕਈ ਕਹਿੰਦੇ 365 ਰਾਣੀਆਂ ਸੀ ਰਾਜੇ ਦੀਆਂ, ਬਹੁਤ ਸੁੰਦਰ ਰਾਣੀਆਂ, ਮਹਾਰਾਜਾ ਭੁਪਿੰਦਰ ਸਿੰਘ ਦੀਆਂ। ਇੱਕ ਮਹਾਰਾਣੀ ਵੱਡੀ ਰਾਜ ਮਾਤਾ ਵੱਜਦੀ ਸੀ, ਉਹਨੂੰ ਲਿਵ ਸੀ ਬਾਬਾ ਜੀ ਨਾਲ, ਬੜੀ ਲਗਨ ਸੀ, ਸੰਤ ਸੇਵੀ ਸੀ। ਹਰ ਕੋਈ ਰੂਹ ਸੰਤ ਸੇਵੀ ਨਹੀਂ ਹੁੰਦੀ, ਕੋਈ ਵਿਰਲੀ ਰੂਹ ਹੁੰਦੀ। ਆਖੋ ਸੀ ਮੈਂ ਬਖਸ਼ੀਆਂ ਰੂਹਾਂ ਵਾਲੀ, ਵਿਰਲੇ ਜਗ ਆਉਂਦੇ ਨੇ ਬਖਸ਼ੀਆਂ ਰੂਹਾਂ ਵਾਲੇ, 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 ਵਿਰਲੇ ਜਗ ਆਉਂਦੇ ਨੇ 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 ਬਖਸ਼ੀਆਂ ਰੂਹਾਂ ਵਾਲੇ। ਰੋਜ਼ ਪ੍ਰਸ਼ਾਦਾ ਰਾਜ ਮਾਤਾ ਬਾਬਾ ਜੀ ਵਾਸਤੇ ਬਣਾ ਕੇ ਭੇਜਦੀ ਸੀ, ਬੜੇ ਪ੍ਰੇਮ ਨਾਲ। ਸਾਰਿਆਂ ਵਾਸਤੇ ਲੰਗਰ ਰਾਜ ਮਾਤਾ ਨੇ ਭੇਜਣਾ ਦੋਨੋਂ ਟਾਈਮ। ਇੱਕ ਸੰਤ ਆਏ, ਆਣ ਕੇ ਬਾਬਾ ਆਨੰਦ ਸਿੰਘ ਜੀ ਨੂੰ ਕਹਿਣ ਲੱਗੇ ਕਿ ਮਹਾਰਾਜ ਤੁਸੀਂ ਬੜੇ ਕਾਮਲ ਫਕੀਰ ਹੋ, ਬੜੇ ਮਹਾਂਪੁਰਸ਼ ਹੋ, ਪਰ ਇੱਕ ਚੀਜ਼ ਦੀ ਮੈਨੂੰ ਸਮਝ ਨਹੀਂ ਆਈ। ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਫਕੀਰ ਨੂੰ ਰਾਜੇ ਦਾ ਅੰਨ ਨਹੀਂ ਖਾਣਾ ਚਾਹੀਦਾ, ਮੰਗ ਕੇ ਖਾ ਲਵੇ ਥੋੜਾ ਥੋੜਾ, ਰਾਜੇ ਦਾ ਨਹੀਂ ਖਾਣਾ ਚਾਹੀਦਾ। ਬਾਬਾ ਜੀ ਕਹਿੰਦੇ ਸੰਤ ਜੀ ਅਸੀਂ ਨਹੀਂ ਕਿਸੇ ਰਾਜੇ ਨੂੰ ਵੇਖਿਆ, ਕਿਸੇ ਹੋਰ ਨੂੰ, ਸਾਡੇ ਵਾਸਤੇ ਤਾਂ ਗੁਰੂ ਨਾਨਕ ਭੇਜਦਾ ਹੈ। ਆਖੋ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਨੂੰ ਸੌਂਪਿਆ ਹੈ ਕਿ ਮਾਂ ਤੂੰ ਦਾਤਾ ਦਿੱਤਾ, ਤੇਰਾ ਦਿੱਤਾ ਖਾਵਣਾ, ਜੋ ਤੂੰ ਕਹੇ ਉਹ ਕਰਾਂਗੇ, ਕਹਿਆ ਕਰਨਾ ਦਿੱਤਾ ਲੈਣਾ, ਜੋ ਤੂੰ ਦੇਵੇਂਗਾ ਉਹ ਲੈਣਾ, ਮੰਗਣ ਨਹੀਂ ਜਾਣਾ। ਇਹ ਛੱਡਿਆ ਹੈ ਦਿੱਤਾ ਹੋਇਆ ਗੁਰੂ ਨਾਨਕ ਸਾਹਿਬ ਦਾ ਖਾਣਾ ਹੈ। ਇੱਥੇ ਪਹਾੜਾਂ ਦੇ ਵਿੱਚ ਸਾਰਾ ਮਹਾਰਾਜੇ ਪਟਿਆਲੇ ਦਾ ਹੀ ਪ੍ਰਬੰਧ ਹੈ, ਲੰਗਰ ਦਾ ਸਾਰਿਆਂ ਵਾਸਤੇ ਆਉਂਦਾ ਹੈ। ਉਹਨਾਂ ਨੇ ਕਿਹਾ ਅਸੀਂ ਨਹੀਂ ਖਾਣਾ ਚਾਹੀਦਾ। ਬਾਬਾ ਜੀ ਕਹਿੰਦੇ ਅਸੀਂ ਗੁਰੂ ਨਾਨਕ ਦਾ ਦਿੱਤਾ ਖਾਂਦੇ ਹਾਂ, ਰਾਏ ਦਾ ਦਿੱਤਾ ਨਹੀਂ। ਇਹ ਗੁਰੂ ਨਾਨਕ ਸਾਹਿਬ ਜਾਣਨ ਉਹਨਾਂ ਨੇ ਕਿਵੇਂ ਭੇਜਣਾ, ਉਹ ਭੇਜਦੇ ਆ ਤੇ ਅਸੀਂ ਖਾਂਦੇ ਹਾਂ। ਬਾਬਾ ਜੀ ਦੇ ਬਚਨ ਸੀ ਕਿ ਗੁਰੂ ਨਾਨਕ ਸਾਹਿਬ ਦਾ ਦਿੱਤਾ ਅਸੀਂ ਖਾਂਦੇ ਹਾਂ। ਇਸ ਲੋਗੜੇ ਦੇ ਹੀ ਵਿਚਾਰ ਸੀ ਆਪਣੀ ਕਿ ਬਾਬਾ ਜੀ ਨੇ ਮੰਗਣਾ ਛੱਡਤਾ। ਜੋ ਗੁਰੂ ਨਾਨਕ ਜਿੱਥੇ ਬੈਠਾਂਗੇ ਉੱਥੇ ਹੀ ਗੁਰੂ ਨਾਨਕ ਸਾਹਿਬ ਭੇਜੇਗਾ।
3 ਦਿਨਾਂ 'ਚ ਗੁਰੂ ਨਾਨਕ ਸਾਹਿਬ ਪ੍ਰਸੰਨ ਹੋ ਗਏ। ਸਦਾ ਵਾਸਤੇ ਹੀ ਲੰਗਰ ਪੱਕੇ ਪਕਾਏ ਆਉਣ ਲੱਗ ਪਏ। ਜਿਵੇਂ ਵੀ ਕਿਵੇਂ ਗੁਰੂ ਨਾਨਕ ਸਾਹਿਬ ਜੀ ਆਪ ਦਾ ਪ੍ਰਬੰਧ ਸੰਗਤਾਂ ਦਾ ਆਪ ਕਰਦੇ ਆ। ਪ੍ਰਸ਼ਾਦੇ ਪਾਣੀ ਦਾ ਇਹ ਗੁਰੂ ਨਾਨਕ ਸਾਹਿਬ ਦਾ ਭੇਜਿਆ ਹੋਇਆ ਆਉਂਦਾ ਹੈ। ਮਾਂ ਸੰਪੜ ਪਾਠ ਚੱਲ ਰਿਹਾ। ਸਤਿਗੁਰ ਸਾਰਿਆਂ ਸੁਖਾਂ ਦੇ ਨੇ ਦਾਤੇ, ਮੰਗ ਲੋ ਭਿਖਾਰੀ ਬਣ ਕੇ। ਸਾਰਿਆਂ ਸੁਖਾਂ ਦੇ ਨੇ ਦਾਤੇ, ਮੰਗ ਲੋ ਭਿਖਾਰੀ ਬਣ ਕੇ। ਸਤਿਗੁਰ ਸਾਰਿਆਂ ਸੁੱਖਾਂ ਦੇ ਦਾਤੇ, ਮੰਗ ਲੋ ਭਿਖਾਰੀ ਬਣ ਕੇ। ਸਤਿਗੁਰ ਸਾਰਿਆਂ ਸੁੱਖਾਂ ਦੇ ਦਾਤੇ, ਮੰਗ ਲੋ ਭਿਖਾਰੀ ਬਣ ਕੇ। ਮੰਗ ਲੋ ਭਿਖਾਰੀ ਬਣ ਕੇ, ਮੰਗ ਲੋ ਭਿਖਾਰੀ ਬਣ ਕੇ। ਮੰਗ ਲੋ ਭਿਖਾਰੀ ਬਣ ਕੇ, ਮੰਗ ਲੋ ਭਿਖਾਰੀ ਬਣ ਕੇ। ਈ ਮੰਗ ਲੋ ਭਿਖਾਰੀ ਬਣ ਕੇ, ਮੰਗ ਲੋ ਭਿਖਾਰੀ ਬਣ ਕੇ। ਮੰਗ ਲੋ ਭਿਖਾਰੀ ਬਣ ਕੇ, ਮੰਗ ਲੋ ਭਿਖਾਰੀ ਬਣ ਕੇ। ਸਤਿਗੁਰ ਸਾਰਿਆਂ ਸੁਖਾਂ ਦੇ ਨੇ ਦਾਤੇ, ਮੰਗ ਲੋ ਭਿਖਾਰੀ ਬਣ ਕੇ। ਸਾਰਿਆਂ ਸੁਖਾਂ ਦੇ ਨੇ ਦਾਤੇ, ਮੰਗ ਲੋ ਭਿਖਾਰੀ ਬਣ ਕੇ। ਸਾਰਿਆਂ ਸੁੱਖਾਂ ਦੇ ਦਾਤੇ, ਮੰਗ ਲੋ ਭਿਖਾਰੀ ਬਣ ਕੇ। ਸਤਿਗੁਰ ਸਾਰਿਆਂ ਸੁੱਖਾਂ ਦੇ ਦਾਤੇ, ਮੰਗ ਲੋ ਭਿਖਾਰੀ ਬਣ ਕੇ। ਵੱਡੇ ਭਾਗ ਸਾਧ ਸੰਗ ਪ੍ਰਾਪਤ ਹੁੰਦੀਆਂ। ਹੁਕਮਨਾਮਾ ਸੁਣੋ, ਵੱਧ ਤੋਂ ਵੱਧ ਨਾਮ ਜਪੋ, ਬਾਣੀ ਪੜ੍ਹੋ। ਜਿੰਨਾ ਸਮਾਂ ਸਫਲਾ ਕੀਤਾ ਜਾਂਦਾ ਹੈ, ਜੇ ਇਹੋ ਜਿਹਾ ਸਮਾਂ ਬਣਿਆ ਹੋਵੇ ਫਿਰ ਉਹਦਾ ਲਾਹਾ ਖੱਟ ਲਈ। ਪੜ੍ਹਨ ਲੱਗੇ ਆ, ਪੜ੍ਹਾਈਆਂ ਚੱਲਦੀਆਂ, ਜ਼ੋਰ ਲਾ ਕੇ ਪੜ੍ਹੋ, ਕੁਝ ਬਣ ਜਾਓਗੇ। ਪ੍ਰਦੇਸ਼ ਗਏ ਜੇ, ਧਨ ਖੱਟਣ ਲੱਗੇ ਜੇ, ਲਾਓ ਟਾਈਮ ਵੱਧ ਤੋਂ ਵੱਧ, ਧਨ ਵੱਧ ਤੋਂ ਵੱਧ ਇਕੱਠਾ ਕਰੋ। ਆਪਦੇ ਦੇਸ਼ ਵਿੱਚ ਜਾ ਕੇ ਸੁੱਖ ਪਾਵਾਂਗੇ। ਤੇ ਜੇ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆਇਆ ਤੇ ਫਿਰ ਰੱਜ ਕੇ ਵੱਧ ਤੋਂ ਵੱਧ ਨਾਮ ਜਪ ਲਈਏ। ਇਹ ਸੁਨਹਿਰੀ ਮੌਕਾ ਮਿਲਿਆ ਹੈ। ਜਿੰਨਾ ਜਪਿਆ ਜਾਵੇ, ਜਿੰਨਾ ਬਹਾਨੇ ਨਾਲ ਬਾਣੀ ਪੜ੍ਹ ਲਈਏ, ਸੇਵਾ ਕਰ ਲਈਏ, ਫਿਰ ਵੱਧ ਤੋਂ ਵੱਧ ਕਰੋ। ਜੇ ਵਡ ਭਾਗ ਹੋਣ ਮਨ ਮੇਰੇ, ਜਨ ਮਿਲਦਿਆਂ ਢਿਲ ਨਾ ਲਾਈਏ। ਹਰ ਜਨ ਅੰਮ੍ਰਿਤ ਕੁੰਟ ਸਰਨੀ ਕੇ, ਵਡ ਭਾਗੀ ਤਿਤ ਨਵਾਈਏ। ਰਾਮ ਮੋਕੋ ਹਰ ਜਨ ਕਾਰੇ ਲਾਈਏ। ਪਾਣੀ ਪੱਖਾ ਪੀਸੋ ਸੰਤਾਗੇ, ਪਗ ਮਲ ਮਲ ਧੂਰ ਮੁਖ ਲਾਈਏ। ਫਿਰ ਪਾਣੀ ਵੀ ਢੋਵਾਂ, ਪੱਖਾ ਵੀ ਫੇਰਾਂ, ਚਰਨਾਂ ਦੀ ਧੂੜ ਵੀ ਮੱਥੇ ਨੂੰ ਲਾਵਾਂ। ਸਾਰੀਆਂ ਸੇਵਾ ਕਰਾਂ ਜੇ ਮੈਨੂੰ ਸਮਾਂ ਮਿਲੇ, ਸੁਭਾਗ ਮਿਲੇ। ਫਿਰ ਸੇਵਾ ਕਰਦਾ ਕਾਣਾ ਥੱਕਾਂ। ਸੇਵਾ ਬੜੀ ਸੁਖਦਾਈ ਹੈ, ਬੜੀ ਸੁਖ ਦੇਣ ਵਾਲੀ ਸੇਵਾ ਹੈ। ਨਾਮ ਸੁਖ ਦੇਣ ਵਾਲਾ ਹੈ। ਸੇਵਾ ਕਰੋ, ਨਾਮ ਜਪੋ, ਖੁਸ਼ੀਆਂ ਲਵੋ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ। ਬੜਾ ਸੁਨਹਿਰੀ ਮੌਕਾ ਮਿਲਿਆ ਹੈ, ਇਹ ਨਿਕਲ ਨਾ ਜਾਵੇ।
हुक्मनाम का समय पढ़ लो, निकल जाए ना मौका हाथ से। एह मानस जन्म दुलंब है, होत न बारंबार, निकल जाए न मौका हाथ से, फिर आना नहीं बारंबार। एह मानस जन्म दुलंब है, मानस जन्म दुलंभ है, होते न बारंबार, निकल जाए न मौका हाथ से, आना नहीं बारंबार। मानस जन्म दुलंभ है। एह मानस जन्म दुलंब है, होत न बारंबार, निकल जाए न मौका हाथ से, फिर आना नहीं बारंबार। एह मानस जन्म दुलंब है, एह मानस जन्म दुलंब है, होते न बारंबार, निकल जाए न मौका हाथ से, आना नहीं बारंबार। यह मानस जन्म दुलंब है। हर जस गायो संत जना मिल हर जस गायो संत जना मिल, और जन्म के दुख गवायो, जो चाहत सोई मन पायो, कर कृपा हर नाम दिवायो, सब सुख हर नाम बढ़ाई, कर शाद मन के मत पाई मिला। हर जस गायो संत जना मिल, हर जस गायो संत जना मिल। श्लोक पवन गुरु पानी पिता, माता तृत महत, दिवस रात दुहिदाई, दाया खेलै सगल जगत, चंगिया आपने आया बचे धर्म हदूर। कर्मी आपो अपनी कि नेड़े के दूर, वाहिगुरु जी नी नाम ते आया मशक्कत का, नानक दे पूजले इतनी छुट्टी नाल, मशक्कत का नानक दे पूजले के छुट्टी नाल।